नमस्कार। खबरों के इस बुलेटिन में तुहाडा स्वागत है। मैं हाँ जसप्रीत सिंह। पहला पेश ने चोणवीं खबरां। प्रधानमंत्री नरेंद्र मोदी ने कहा है कि पिछले 7 सालों दौरान वित्त प्रणाली के सुधारां नाल गरीबां अते मध्यम वर्ग नूं लाभ पुज्जा है। उप राष्ट्रपति एम वैंकईया नायडू ने ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਸਾਹਿਤਕ ਗ੍ਰੰਥਾਂ ਦੇ ਅਨੁਵਾਦ ਦੀ ਸੰਖਿਆ ਵਧਾਉਣ ਲਈ ਸਰਗਰਮ ਅਤੇ ਠੋਸ ਕੋਸ਼ਿਸ਼ਾਂ ਕਰਨ ਦੀ ਅਪੀਲ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਨਵੀਂ ਦਿੱਲੀ ਦੇ ਇੰਡੀਆ ਗੇਟ ਵਿਖੇ ਸਵਰਣਿਮ ਵਿਜੇ ਪਰਵ ਦਾ ਉਦਘਾਟਨ। ਹੈਲੀਕਾਪਟਰ ਕ੍ਰੈਸ਼ ਦੌਰਾਨ ਸ਼ਹੀਦ ਹੋਏ ਨਾਇਕ ਗੁਰਸੇਵਕ ਸਿੰਘ ਦਾ ਤਰਨਤਾਰਨ ਜ਼ਿਲ੍ਹੇ ਦੇ ਦੋਦਾ ਸੋਡੀਆਂ ਪਿੰਡ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ। ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲਾ ਵੱਲੋਂ ਭਲਕੇ ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਵਿਰੁੱਧ ਅਤਿਆਚਾਰ ਤੇ ਕਾਬੂ ਪਾਉਣ ਦੇ ਮੰਤਵ ਨਾਲ ਕੌਮੀ ਹੈਲਪਲਾਈਨ ਸ਼ੁਰੂ ਕੀਤੀ ਜਾ ਰਹੀ ਹੈ। ਆਪਣੇ ਪੰਜਾਬ ਦੌਰੇ ਦੌਰਾਨ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਲੁਧਿਆਣਾ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਵਿਖੇ ਸਨਅਤਕਾਰਾਂ ਅਤੇ ਕਾਰੋਬਾਰੀਆਂ ਨਾਲ ਮੀਟਿੰਗਾਂ ਦੌਰਾਨ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਚੋਣ ਤਿਆਰੀਆਂ ਜ਼ੋਰਾਂ ਤੇ। ਤੇ ਹੁਣ ਖਬਰਾਂ ਵਿਸਥਾਰ ਨਾਲ। प्रधानमंत्री नरेंद्र मोदी ने कहा है कि पिछले 7 ਵਰਿਆਂ ਦੌਰਾਨ ਵਿੱਤ ਪ੍ਰਣਾਲੀ ਵਿੱਚ ਕੀਤੇ ਗਏ ਵੱਖ-ਵੱਖ ਸੁਧਾਰਾਂ ਦਾ ਗਰੀਬਾਂ ਅਤੇ ਦਰਮਿਆਨੇ ਵਰਗ ਨੂੰ ਲਾਭ ਪੁੱਜਾ ਹੈ। ਅੱਜ ਨਵੀਂ ਦਿੱਲੀ ਵਿੱਚ ਜਮ੍ਹਾਂਕਰਤਾਵਾਂ ਦੇ 5 ਲੱਖ ਰੁਪਏ ਤੱਕ ਦੀ ਪਹਿਲੀ ਗਰੰਟੀਸ਼ੁਦਾ ਸਮਾਂਬੱਧ ਜਮ੍ਹਾਂ ਭੁਗਤਾਨ ਬਾਰੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜਮ੍ਹਾਂਕਰਤਾ ਦੇ ਹਿੱਤਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਆ ਹੈ। ਮੋਦੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ 1 ਲੱਖ ਤੋਂ ਵਧੇਰੇ ਜਮ੍ਹਾਂਕਰਤਾਵਾਂ ਨੂੰ ਪਿਛਲੇ ਕਈ ਸਾਲਾਂ ਤੋਂ ਬੈਂਕਾਂ ਵਿੱਚ ਫਸੀ ਰਕਮ ਵਾਪਸ ਮਿਲੀ ਹੈ, ਜੋ ਤਕਰੀਬਨ 1300 ਕਰੋੜ ਰੁਪਏ ਦੀ ਹੈ। ਉਹਨਾਂ ਨੇ ਕਿਹਾ ਕਿ ਬੈਂਕ ਡਿਪਾਜ਼ਿਟ ਬੀਮਾ ਕਵਰ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। हमारे देश में बैंक डिपॉजिटर्स के लिए इंश्योरेंस की व्यवस्था 60 के दशक में बनाई गई थी, यानी उसको भी करीब 60 साल हो गए। पहले बैंक में जमा रकम में सिर्फ 50,000 रुपये तक की राशि पर ही गारंटी थी, फिर इसे बढ़ाकर 1 लाख रुपया कर दिया गया था। यानी अगर बैंक में डूबा जो डिपॉजिटर्स के पैसे जमाकर्ताओं को 1 लाख रुपया तक तो मिलता था, लेकिन वो भी गारंटी नहीं कब मिलेगा, 8-8, 10-10 साल तक वो मामला लटका रहता था, कोई समय सीमा नहीं थी। गरीब की चिंता को समझते हुए, मध्यम वर्ग की चिंता को समझते हुए हमने इस राशि को 1 लाख से बढ़ा करके 5 लाख रुपया कर दिया। इस समागम ਨੂੰ ਹੋਰਨਾਂ ਤੋਂ ਇਲਾਵਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਸੰਬੋਧਨ ਕੀਤਾ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਸਾਹਿਤਕ ਗ੍ਰੰਥਾਂ ਦੇ ਅਨੁਵਾਦਾਂ ਦੀ ਸੰਖਿਆ ਵਧਾਉਣ ਲਈ ਸਰਗਰਮ ਅਤੇ ਠੋਸ ਕੋਸ਼ਿਸ਼ਾਂ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਇਸ ਸਬੰਧ ਵਿੱਚ ਭਾਰਤ ਦੇ ਖੇਤਰੀ ਸਾਹਿਤ ਦੀ ਅਮੀਰ ਵਿਰਾਸਤ ਨੂੰ ਲੋਕਾਂ ਦੀਆਂ ਮਾਤ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣ ਲਈ ਅਨੁਵਾਦ ਵਿੱਚ ਸੂਚਨਾ ਤਕਨਾਲੋਜੀ ਦਾ ਲਾਭ ਉਠਾਉਣ ਦਾ ਸੁਝਾਅ ਦਿੱਤਾ। ਵੈਂਕਈਆ ਨਾਇਡੂ ਅੱਜ ਹੈਦਰਾਬਾਦ ਸਥਿਤ ਪੋਟੀ ਸ੍ਰੀ ਰਮੁਲੂ ਤੇਲਗੂ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਸਮਾਗਮਾਂ ਦੌਰਾਨ ਬੋਲ ਰਹੇ ਸਨ। ਉਹਨਾਂ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੀ ਵਰਤੋਂ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀਆਂ ਨੂੰ ਯਤਨ ਕਰਨ ਦੀ ਅਪੀਲ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਦੇ ਇੰਡੀਆ ਗੇਟ ਵਿਖੇ ਸਵਰਣਿਮ ਵਿਜੇ ਪਰਵ ਦਾ ਉਦਘਾਟਨ ਕੀਤਾ। ਇਹ 2 ਦਿਨਾਂ ਪਰਵ 1971 ਦੀ ਜੰਗ ਵਿੱਚ ਭਾਰਤ ਦੀ ਇਤਿਹਾਸਕ ਫਤਿਹ ਤੇ ਭਾਰਤ ਤੇ ਬੰਗਲਾਦੇਸ਼ ਦੀ ਦੋਸਤੀ ਦੇ 50 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਸਬੰਧ ਵਿੱਚ 1971 ਦੀ ਜੰਗ ਦੌਰਾਨ ਇਸਤੇਮਾਲ ਕੀਤੇ ਗਏ ਫੌਜੀ ਸਾਜ਼ੋ ਸਮਾਨ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਤੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਲੋਕ ਰਾਜ ਦੀ ਸਥਾਪਨਾ ਲਈ ਭਾਰਤ ਨੇ ਉੱਘਾ ਯੋਗਦਾਨ ਪਾਇਆ ਹੈ ਤੇ ਭਾਰਤ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ 50 ਵਰ੍ਹਿਆਂ ਵਿੱਚ ਬੰਗਲਾदेश विकास के रास्ते ते वध रहा है। नरेंद्र मोदी जी के नेतृत्व में रक्षा क्षेत्र में
कई बड़े सुधार किए गए। सरकार ने चीफ ऑफ डिफेंस स्टाफ और डिपार्टमेंट ऑफ मिलिट्री अफेयर्स की भी रचना की है। भविष्य की जरूरतों को ध्यान में रखकर सेनाओं को लगातार हमारी सरकार के द्वारा मजबूती दी जा रही है। रक्षा खरीद से लेकर रक्षा उत्पादन तक में सरकार अनेक नए कदम उठा रही है, जिससे हमारी सेनाएं सशक्त और सुदृढ़ बन सकें। रक्षा अनुसंधान, विकास और विनिर्माण में निजी क्षेत्र को बढ़ावा दिया गया है और आत्मनिर्भर भारत अभियान के माध्यम से रक्षा क्षेत्र में आत्मनिर्भरता को बढ़ावा देने का प्रयास भी उसी में शामिल है। इस मौके ते होरनां तो इलावा केंद्रीय वित्त मंत्री निर्मला सीतारमन भी मौजूद सन। बीते दिनी तमिलनाडु के कन्नूर विच फौज के एक हैलीकाप्टर नूं पेश आए हादसे दौरान शहीद होए पंजाब के नायक गुरसेवक सिंह का अज पिंड दोदे सोडियां विखे पूरे फौजी सन्मानां नाल अंतिम संस्कार कर दिता गया। अज सवेरे शहीद गुरसेवक सिंह की मृतक दे तरनतारन जिले विच उन्हां दे गृह पिंड दोदे सोडियां पुजी तां सारे पिंड विच सोग की लहर दौड़ गई। भारतीय फौज के जवान अते होर अधिकारी फुल्लां नाल सजी सेना की गड्डी विच शहीद की मृतक दे लैके आए। सियासी नेतावां, फौजी अते प्रशासनिक अधिकारियों ते पिंड वासियों ने नायक गुरसेवक सिंह नूं निੱਘੀਆਂ श्रद्धांजलियां भेंट कीतियां। श्रद्धांजलियां देण वालियां विच मुख तौर ते खेमकਰਨ हलके तो विधानकार सुखपाल सिंह भुल्लर, जिले के डिप्टी कमिश्नर कुलवंत सिंह अते होर प्रशासनिक, फौजी अते पुलिस अधिकारी शामिल सन। लोगों ने भारत माता की जय अते नायक गुरसेवक सिंह अमर रहे दे नारे लगाए। इस भयानक हैलीकाप्टर हादसे विच चीफ ऑफ डिफेंस स्टाफ जनरल बिपिन रावत अते उन्हां दी पत्नी समेत 13 जानां गईयां। नायक गुरसेवक सिंह की लाश की पछाण DNA राहीं की गई। समाजिक न्याय ते शक्तिकरण मंत्रालय ਵੱਲੋਂ अनुसूचित जातां ते अनुसूचित जनजातियां दे लोकां ਉੱਪਰ ਹੁੰਦੇ अत्याचारां ते काबू पाउण दे ਮੰਤਵ ਨਾਲ ਭਲਕੇ ਇੱਕ ਕੌਮੀ ਹੈਲਪਲਾਈਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਹੈਲਪਲਾਈਨ ਪੂਰੇ ਦੇਸ਼ ਭਰ ਵਿੱਚ ਦਿਨ ਹਰ ਸਮੇਂ ਟੋਲ ਫ੍ਰੀ ਨੰਬਰ 14566 ਉੱਪਰ ਉਪਲਬਧ ਹੋਵੇਗੀ। ਹਰ ਇੱਕ ਸ਼ਿਕਾਇਤ ਨੂੰ FIR ਦੇ ਤੌਰ ਤੇ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਵਾਲੀ ਇਹ ਪ੍ਰਣਾਲੀ ਹਿੰਦੀ, ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ। ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਨਅਤਾਂ ਦੇ ਸਰਬਪੱਖੀ ਵਿਕਾਸ ਲਈ ਨਵੇਂ ਸਕਿੱਲ ਸੈਂਟਰ ਖੋਲ੍ਹੇ ਜਾਣਗੇ। ਬੀਤੀ ਰਾਤ ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਇੰਡਸਟਰੀਅਲ ਸੈੱਲ ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਲੇਖੀ ਨੇ ਕਿਹਾ ਕਿ ਸਨਅਤ ਵਿੱਚ ਵਧੀਆ ਸਮਾਨ ਬਣਾਉਣ ਵਾਸਤੇ ਇਸ ਦੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਜੋ ਇਹ ਸਮਾਨ ਵਿਦੇਸ਼ਾਂ ਵਿੱਚ ਆਸਾਨੀ ਨਾਲ ਵੇਚਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਸਨਅਤੀਕਰਨ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਇਸ ਲਈ ਤਕਨਾਲੋਜੀ ਅਤੇ ਜਾਂਚ ਦਾ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ ਤੇ ਇਸ ਨਾਲ ਸਨਅਤ ਨੂੰ ਕੌਮੀ ਪੱਧਰ ਤੇ ਪਛਾਣ ਵੀ ਮਿਲੇਗੀ। ਇਸ ਮੌਕੇ ਕੇਂਦਰੀ ਮੰਤਰੀ ਨੂੰ ਸਨਅਤ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਤੇ ਉਹਨਾਂ ਨੇ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਰਾਕੇਸ਼ ਰਾਠੌਰ, KD ਭੰਡਾਰੀ ਤੇ ਮਹਿੰਦਰ ਭਗਤ ਵੀ ਮੌਜੂਦ ਸਨ। ਆਪਣੇ ਪੰਜਾਬ ਦੌਰੇ ਦੌਰਾਨ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਸਨਅਤ ਨਗਰੀ ਮੰਡੀ ਗੋਬਿੰਦਗੜ੍ਹ ਦਾ ਦੌਰਾ ਕਰਕੇ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਸਟੀਲ ਉਦਯੋਗਾਂ ਨੂੰ ਖੁਸ਼ਹਾਲ ਬਣਾਉਣ ਲਈ ਕੇਂਦਰ ਸਰਕਾਰ ਸਕ੍ਰੈਪ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰੇਗੀ। ਇਸ ਨਾਲ ਸਨਅਤਕਾਰਾਂ ਨੂੰ ਪੇਸ਼ ਆ ਰਹੀ ਸਕ੍ਰੈਪ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇਗਾ। ਲੇਖੀ ਨੇ ਕਿਹਾ ਕਿ ਲੋਹਾ ਤੇ ਸਟੀਲ ਸਨਅਤ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਉਸ ਤੋਂ ਦੇਸ਼ ਦਾ ਢਾਂਚਾ ਤਿਆਰ ਹੁੰਦਾ ਹੈ। ਇਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੇ ਪੰਜਾਬ ਦੀਆਂ ਸਨਅਤਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਨੇ। ਉਹਨਾਂ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਆਤਮ ਵਿਸ਼ਵਾਸ ਨਾਲ ਭਾਰਤੀ ਜਨਤਾ ਪਾਰਟੀ ਮੈਦਾਨ ਵਿੱਚ ਉਤਰ ਰਹੀ ਹੈ। ਗੋਬਿੰਦਗੜ੍ਹ ਲਈ ਹੋਰ ਜ਼ਰੂਰੀ ਹੋ ਜਾਂਦਾ ਹੈ, ਪੂਰੇ ਦੇਸ਼ ਲਈ ਵੀ ਸਕ੍ਰੈਪ ਯਾਰਡ ਬਣਾਉਣ ਦੀ ਲੋੜ ਹੈ ਕਿਉਂਕਿ ਜਿੱਥੇ ਸਕ੍ਰੈਪ ਆਏਗਾ ਉਸ ਸਕ੍ਰੈਪ ਨੂੰ ਪਿਘਲਾ ਕੇ ਲੋਹਾ ਕੱਢ ਕੇ ਤੇ ਕੰਮ ਹੋਣਾ ਹੈ ਤੇ ਇਹ ਰੀਸਾਈਕਲਿੰਗ ਬਹੁਤ ਵੱਡੀ ਇੰਡਸਟਰੀ ਵੀ ਹੈ। ਪਰ ਜਦੋਂ ਪਲਾਨਿੰਗ ਹੋਏਗੀ, ਜਿਵੇਂ ਕੰਮ ਹੋਏਗਾ ਉਂਝ ਮੈਂ ਪਰਤਾ ਖੋਲਦੀ ਜਾਵਾਂਗੀ। ਅੱਜ ਤੇ ਮੈਂ ਸੁਣਨ ਆਈ ਹਾਂ ਨਾ, ਪਲਾਨਿੰਗ ਦੱਸਣ ਨਹੀਂ ਆਈ ਹਾਂ, ਮੈਂ ਅੱਜ ਸੁਣਨ ਆਈ ਹਾਂ ਕਿ ਇਹਨਾਂ ਦੀ ਪ੍ਰੋਬਲਮ ਕੀ ਹੈ। ਇਹਨਾਂ ਦੀ ਪ੍ਰੋਬਲਮ ਸੁਣ ਕੇ ਤੇ ਪਲਾਨਿੰਗ ਹੋਏਗੀ। ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਦਿਨੋਂ ਦਿਨ ਤੇਜ਼ ਹੋ ਰਹੀਆਂ ਨੇ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਣ ਅਧਿਕਾਰੀਆਂ ਵੱਲੋਂ ਜੰਗੀ ਪੱਧਰ ਤੇ ਚੋਣ ਪ੍ਰਬੰਧ ਕੀਤੇ ਜਾ ਰਹੇ ਨੇ। ਪੇਸ਼ੇ ਪਠਾਨਕੋਟ ਜ਼ਿਲ੍ਹੇ ਵਿੱਚ ਚੋਣ ਪ੍ਰਬੰਧਾਂ ਬਾਰੇ ਇੱਕ ਰਿਪੋਰਟ। ਪਠਾਨਕੋਟ ਜ਼ਿਲ੍ਹਾ ਭਾਵੇਂ ਇੱਕ ਛੋਟਾ ਜ਼ਿਲ੍ਹਾ ਹੈ ਪਰ ਚੋਣਾਂ ਦੇ ਲਿਹਾਜ਼ ਨਾਲ ਇਸ ਨੂੰ ਸੰਵੇਦਨਸ਼ੀਲ ਜ਼ਿਲ੍ਹਾ ਮੰਨਿਆ ਜਾਂਦਾ ਹੈ।
ਪਠਾਨਕੋਟ ਜ਼ਿਲ੍ਹਾ ਸਰਹੱਦੀ ਜ਼ਿਲ੍ਹਾ ਹੋਣ ਦੇ ਨਾਲ-ਨਾਲ ਆਪਣੀ ਸੀਮਾ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਵੀ ਸਾਂਝੀ ਕਰਦਾ ਹੈ। ਇਸ ਜ਼ਿਲ੍ਹੇ ਵਿੱਚ ਪਠਾਨਕੋਟ, ਸੁਜਾਨਪੁਰ ਅਤੇ ਭੋਆ 3 ਵਿਧਾਨ ਸਭਾ ਹਲਕੇ ਪੈਂਦੇ ਨੇ ਅਤੇ ਇਸ ਸਮੇਂ ਜ਼ਿਲ੍ਹੇ ਭਰ ਵਿੱਚ 4,94,790 ਵੋਟਰ ਨੇ, ਜਿਨ੍ਹਾਂ ਵਿੱਚ 2,61,200 ਮਰਦ ਵੋਟਰ ਜਦਕਿ ਮਹਿਲਾ ਵੋਟਰਾਂ ਦੀ ਸੰਖਿਆ 2,35,582 ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 8 ਥਰਡ ਜੈਂਡਰ ਵੋਟਰ ਵੀ ਨੇ। ਜ਼ਿਲ੍ਹੇ ਭਰ ਵਿੱਚ ਵੋਟਾਂ ਪਾਉਣ ਦੇ ਕੰਮ ਲਈ 582 ਬੂਥ ਸਥਾਪਿਤ ਕੀਤੇ ਗਏ ਨੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਸੰਯਮ ਅਗਰਵਾਲ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਨੇ ਤਾਂ ਜੋ ਚੋਣ ਅਮਲ ਦਾ ਕੰਮ ਸੁਤੰਤਰ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜਾਰੀ ਹੈ। ਨਵੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਮੁਹਿੰਮ ਜਾਰੀ ਹੈ। ਸਾਰੇ ਜਿਹੜੇ ਨਵੇਂ ਵੋਟਰ ਹੈ ਜੋ 18 ਤੋਂ 19 ਦਾ ਜਿਹੜਾ ਖਾਸ ਕਰ ਗਰੁੱਪ ਹੁੰਦਾ ਹੈਗਾ ਉਹਨਾਂ ਨੂੰ ਇੰਗੇਜ ਕਰਨ ਵਾਸਤੇ ਜਿਹੜੀ ਸਵੀਪ ਐਕਟੀਵਿਟੀਜ਼ ਸਾਡੀਆਂ ਹੁੰਦੀਆਂ ਹੈ ਉਹ ਰੈਗੂਲਰ ਬੇਸਿਸ ਤੇ ਤਿੰਨੋਂ ਹਲਕਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਕਾਫੀ ਜਿਹੜੇ ਨਵੇਂ ਵੋਟਰ ਹੈ ਉਹ ਸਾਡੇ ਨਾਲ ਜੁੜੇ ਜਾਂਦੇ ਹੈਗੇ ਤੇ ਜਿਹੜੀ ਇਹਦੇ ਨਾਲ ਹੋਰ ਇੰਨੀ ਵੱਡੀ ਇਹ ਪ੍ਰਕਿਰਿਆ ਹੈ ਜਿਹਦੇ ਵਿੱਚ ਜਿਹੜੇ ਆਪਣੇ ਵਲਨਰੇਬਲ ਬੂਥ ਹੈ, ਕ੍ਰਿਟੀਕਲ ਬੂਥ ਹੈ ਤੇ ਜਿੰਨੀ ਫੋਰਸ ਸਾਨੂੰ ਰਿਕੁਆਇਰਡ ਹੈਗੀ ਉਹਨਾਂ ਦੀ ਮੈਪਿੰਗ ਕਰਨੀ, ਜਿਹੜਾ ਪੂਰਾ ਇੱਕ ਕਮਿਊਨੀਕੇਸ਼ਨ ਪਲਾਨ ਬਣਨਾ ਹੁੰਦਾ ਹੈਗਾ ਉਹ ਸਾਡਾ ਬਣ ਰਿਹਾ ਹੈਗਾ ਤੇ ਜਿੰਨੇ ਵੀ ਅਫਸਰ ਹੈ ਉਹਨਾਂ ਦੀ ਡਿਊਟੀਆਂ ਜਿੰਨੀ ਹੈ ਉਹ ਸਾਰੀਆਂ ਲਾਈਆਂ ਜਾ ਰਹੀ ਹੈ। ਜਿਹੜੀ ਟੀਮਸ ਬਣਦੀ ਹੈਗੀ ਚਾਹੇ ਉਹ ਫਲਾਈਂਗ ਸਕੁਐਡ ਨੇ, ਚਾਹੇ ਉਹ ਵੀਡੀਓ ਵਿਊਇੰਗ ਹੈ, ਐਕਸਪੈਂਡੀਚਰ ਹੈ, ਮੀਡੀਆ ਸਰਟੀਫਿਕੇਸ਼ਨ ਹੈ, ਉਹ ਸਾਰੀ ਟੀਮਾਂ ਦੀ ਜਿਹੜੀ ਬਣਤਰ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਲਈ ਗਈਆਂ ਹਨ। ਸੰਯਮ ਅਗਰਵਾਲ ਨੇ ਦੱਸਿਆ ਕਿ ਆਉਂਦੀਆਂ ਚੋਣਾਂ ਲਈ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਦੇ ਖਾਸ ਬੰਦੋਬਸਤ ਕੀਤੇ ਜਾ ਰਹੇ ਨੇ। ਇਸ ਸਮੇਂ ਪਠਾਨਕੋਟ ਜ਼ਿਲ੍ਹੇ ਵਿੱਚ 22 ਅੰਤਰਰਾਜੀ ਜਦਕਿ 3 ਅੰਤਰ ਜ਼ਿਲ੍ਹਾ ਨਾਕੇ ਲਗਾਏ ਗਏ ਨੇ। 3 ਜ਼ਿਲ੍ਹਿਆਂ ਦੇ ਨਾਲ ਸਾਡਾ ਬਾਰਡਰ ਅਸੀਂ ਸ਼ੇਅਰ ਕਰਦੇ ਹੈਗੇ, ਕਾਂਗੜਾ, ਚੰਬਾ ਤੇ ਕਠੂਆ, ਤਾਂ ਉਹਨਾਂ ਦੇ ਜਿਹੜੇ ਜ਼ਿਲ੍ਹਾ ਅਧਿਕਸ਼ ਹੈ ਤੇ ਜਿਹੜੇ ਪੁਲਿਸ ਕਾਊਂਟਰ ਪਾਰਟਸ ਹੈ ਉਹਨਾਂ ਨਾਲ ਬਹੁਤ ਜਲਦੀ ਹੀ ਮੀਟਿੰਗ ਵੀ ਆਰਗੇਨਾਈਜ਼ ਕੀਤੀ ਜਾ ਰਹੀ ਹੈ ਤਾਂ ਕਿ ਜੋ ਵੀ ਸਿਕਿਉਰਿਟੀ ਅਰੇਂਜਮੈਂਟਸ ਆਉਣ ਵਾਲੇ ਚੁਣਾਵਾਂ ਨੂੰ ਦੇਖਦੇ ਹੋਏ ਲੋੜੀਂਦੇ ਹਨ ਉਹ ਆਪਾਂ ਪਹਿਲਾਂ ਹੀ ਕਰ ਸਕੀਏ। ਪਠਾਨਕੋਟ ਤੋਂ ਬਿਸ਼ੰਬਰ ਦੀ ਰਿਪੋਰਟ। ਜ਼ਮੀਨ ਵਿੱਚ ਪੋਸ਼ਕ ਤੱਤਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭੂਮੀ ਸਿਹਤ ਕਾਰਡ ਯੋਜਨਾ ਰੂਪਨਗਰ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਚੱਲ ਰਹੀ ਹੈ। ਖੇਤੀਬਾੜੀ ਮਹਿਕਮੇ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜ਼ਮੀਨ ਦਾ ਪ੍ਰੀਖਣ ਕਰਕੇ ਉਸ ਦੀ ਉਪਜਾਊ ਸ਼ਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਕੀਮ ਤਹਿਤ 90,000 ਤੋਂ ਵੱਧ ਕਿਸਾਨਾਂ ਦੀ ਐਂਟਰੀ ਕੀਤੀ ਗਈ ਹੈ ਅਤੇ 33,000 ਤੋਂ ਵੱਧ ਜ਼ਮੀਨਾਂ ਦੇ ਨਮੂਨੇ ਇਕੱਤਰ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਹੁਣ ਤੱਕ ਮਹਿਕਮੇ ਦੇ ਪੋਰਟਲ ਤੇ 80,500 ਤੋਂ ਵੱਧ ਭੂਮੀ ਸਿਹਤ ਕਾਰਡ ਐਂਟਰ ਕੀਤੇ ਜਾ ਚੁੱਕੇ ਨੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ 50 ਪਿੰਡਾਂ ਨੂੰ ਇਹ ਕਾਰਡ ਮੁਹੱਈਆ ਕਰਵਾਉਣ ਲਈ ਗੋਦ ਲਿਆ ਗਿਆ ਹੈ ਅਤੇ ਤਕਰੀਬਨ 46% ਟੀਚਾ ਪੂਰਾ ਕਰ ਲਿਆ ਗਿਆ ਹੈ। ਜਿਹੜੀ ਸੋਇਲ ਹੈਲਥ ਕਾਰਡ ਦੀ ਸਕੀਮ ਹੈ, ਹੈਲਥ ਸਕੀਮ ਹੈ, ਇਹਦੇ ਵਿੱਚ ਇਹ ਹੈ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਸਿਹਤ ਦਾ ਜਾਣਕਾਰੀ ਜਿਹੜੀ ਹੈ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਅਸੀਂ ਆਪਣੇ ਨਿੱਜੀ ਤੌਰ 'ਤੇ ਮੈਡੀਕਲ ਦਵਾਈਆਂ ਦੀ ਜਾਂ ਸਾਨੂੰ ਆਪਣੀਆਂ ਬਿਮਾਰੀਆਂ ਦੀ ਸਮਝ ਹੈ, ਇਸੇ ਤਰ੍ਹਾਂ ਜਿਹੜੀ ਸਾਡੇ ਕੋਲ ਮਿੱਟੀ ਦੇ ਵਿੱਚੋਂ ਅਸੀਂ ਪੈਦਾਵਾਰ ਲੈ ਰਹੇ ਹਾਂ, ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਸ ਜ਼ਮੀਨ ਦੇ ਵਿੱਚ ਸਾਡੇ ਕੋਲ ਕਿਹੜੇ ਤੱਤ ਹੈਗੇ ਆ। ਜਿਹੜੀ ਫਸਲ ਅਸੀਂ ਬਿਜਾਈ ਕਰਦੇ ਹਾਂ ਉਹਦੇ ਲਈ ਸਾਨੂੰ ਕਿਹੜੇ ਤੱਤਾਂ ਦੀ ਘਾਟ ਹੈ, ਉਹ ਅਸੀਂ ਤੱਤ ਪਾ ਕੇ ਉਸ ਫਸਲ ਦਾ ਝਾੜ ਅਸੀਂ ਪੂਰਾ ਲੈ ਸਕਦੇ ਹਾਂ। ਇਹ ਸਕੀਮ ਜਿਹੜੀ ਹੈ ਰੂਪਨਗਰ ਜ਼ਿਲ੍ਹੇ ਦੇ ਕਿਸਾਨ ਵੀ ਇਸ ਯੋਜਨਾ ਪ੍ਰਤੀ ਸੁਚੇਤ ਹੋ ਰਹੇ ਨੇ ਅਤੇ ਇਸ ਦਾ ਲਾਭ ਉਠਾ ਰਹੇ ਨੇ। ਪਰਮਿੰਦਰ ਸਿੰਘ, ਜਗਤਾਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਭੂਮੀ ਦੀ ਸਿਹਤ ਦਾ ਪਤਾ ਲਗਾ ਕੇ ਉਹ ਫਸਲਾਂ ਦਾ ਵੱਧ ਝਾੜ ਲੈ ਰਹੇ ਨੇ। ਜਦੋਂ ਆਪਾਂ ਮਿੱਟੀ ਦੀ ਪਰਖ ਕਰਵਾਉਂਦੇ ਆ ਤਾਂ ਉਹਦੇ 'ਚ 2 ਤਰ੍ਹਾਂ ਦੇ ਆਪਣੇ ਸਾਹਮਣੇ ਨਤੀਜੇ ਆਉਂਦੇ ਆ। ਸਭ ਤੋਂ ਪਹਿਲਾਂ ਤਾਂ ਕਿ ਆਪਣੀ ਮਿੱਟੀ ਦੇ ਵਿੱਚ ਚੰਗੇ ਤੱਤ ਕਿਹੜੇ ਹੈਗੇ ਨੇ, ਉਪਜਾਊ ਤੱਤ ਜਿਹਦੇ ਨਾਲ ਸਾਡੀ ਫਸਲ ਦੀ ਪੈਦਾਵਾਰ ਵੱਧ ਹੋਵੇ। ਦੂਜਾ ਸਾਨੂੰ ਇਹ ਪਤਾ ਚੱਲਦਾ ਕਿ ਜਿਹੜੀ ਸਾਡੀ ਮਿੱਟੀ ਹੈਗੀ ਆ, ਜਾਂਚ ਦੌਰਾਨ ਪਤਾ ਚੱਲਦਾ ਕਿ ਇਹਦੇ ਵਿੱਚ ਕਿਹੜੇ ਇਹੋ ਜਿਹੇ ਤੱਤ ਨੇ ਜਿਹੜੇ ਸਾਡੀ ਫਸਲ ਦੇ ਲਈ ਨੁਕਸਾਨਦੇਹ ਹੈਗੇ ਨੇ, ਉਹਨਾਂ ਬਾਰੇ ਵੀ ਸਾਨੂੰ ਜਿਹੜੀ ਜਾਣਕਾਰੀ ਮਿਲਦੀ ਹੈ। ਮਿੱਟੀ ਦੀ ਪਰਖ ਕਰਾਉਣ ਤੋਂ ਬਾਅਦ ਸਾਨੂੰ ਖਾਦ ਬਾਰੇ ਦੱਸਿਆ ਵੀ ਆਹ ਖਾਦ ਤੁਸੀਂ ਯੂਰੀਆ ਖਾਦ ਆ ਵੀ ਇਹ ਅੱਧਾ ਹੀ ਥੈਲਾ ਪਾਉਣਾ ਹੈ, ਆਹ DAP ਆ ਉਹ ਵੀ 25 ਕਿਲੋ ਹੀ ਪਾਉਣਾ, ਉਹ ਵੀ ਉਹਦੇ ਨਾਲ ਸਾਡੀ ਖਾਦ ਘੱਟ ਪਈ ਆ ਅਤੇ ਸਾਨੂੰ ਬਚਤ ਜ਼ਿਆਦਾ ਆਈ ਆ ਫਸਲ 'ਤੇ ਵੀ ਇਹਦੇ ਵਿੱਚ ਸਾਡਾ ਫਾਇਦਾ ਹੁੰਦਾ ਹੈ। ਜੇ ਰੂੜੀ ਪਾਉਣੇ ਖਾਤਰ ਕਹੇ ਤਾਂ ਰੂੜੀ ਦੀ ਖਾਦ ਵੀ ਪਾਉਂਦੇ ਆ ਅਸੀਂ, ਜਿਹਦੇ ਨਾਲ ਫਸਲ ਦਾ ਝਾੜ ਵੱਧਦਾ ਹੀ ਵੱਧਦਾ ਹੈ, ਘਟਦਾ ਨਹੀਂ ਹੈਗਾ। ਮਿੱਟੀ ਦੀ ਪਰਖ ਕਰਾਈ ਹੈ ਜਿਹਦੇ ਇੱਥੇ ਆਏ ਆਪਣੇ ਤੱਤਾਂ ਦੀ ਘਾਟ ਕਰਕੇ
ਜੋ ਸਾਡੇ ਤੱਤ ਮਿਲੇ ਸਾਨੂੰ ਵੀ ਕਿਸੇ ਕਿਸਮ ਦੀ ਵੀ ਖਾਦ ਦੀ ਕਮੀ ਆ ਜੀ, ਖਾਦ ਪੂਰੀ ਕੀਤੀ ਹੈ ਜੀ। ਉਹਨਾਂ ਕਿ ਵੱਧ ਪਾਓ ਤੋਂ ਵੱਧ ਪਾਉਂਦੇ, ਘੱਟ ਕਰਨ ਦੀ ਘੱਟ ਪਾਈ ਅਸੀਂ, ਤੇ ਰੂੜੀ ਵੀ ਅਸੀਂ ਉਸੇ ਦੇ ਮੁਤਲਕ ਹੀ ਪਾਈ ਆ ਜਿਹਦੇ ਨਾਲ ਸਾਡੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਂ ਸਟੂਡੀਓ ਤੋਂ ਬਾਹਰ ਮਾਸਕ ਲਗਾ ਕੇ ਜਾ ਰਿਹਾ ਹਾਂ। ਤੁਸੀਂ ਵੀ ਕਰੋ ਬਾਹਰ ਜਦੋਂ ਜਾਓ ਤਾਂ ਮਾਸਕ ਦਾ ਇਸਤੇਮਾਲ ਜ਼ਰੂਰ ਕਰੋ। ਆਗਿਆ ਦਿਓ। ਨਮਸਕਾਰ।